ਸਾਹਿਬ ਜੀਓ ਸਾ ਜਨ ਨਾਨਕ ਧੋਵੈ ਪਾਏ। ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸਮੁੱਚੀ ਮਾਨਵਤਾ ਦੇ ਸਾਂਝੇ ਗੁਰੂ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਮੁਕੱਦਸ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਡੇ ਸਾਰਿਆਂ ਦੇ ਉੱਪਰ, ਜੋ ਸਤਿਗੁਰਾਂ ਨੇ ਤਰੁੱਠ ਕਰਕੇ ਸਮੇਂ ਤੇ ਸਵਾਸਾਂ ਨੂੰ ਸਫਲਿਆ ਕਰਨ ਦੇ ਲਈ ਸਤ ਸੰਗਤ ਦੀਆਂ ਮਹਾਨ ਘੜੀਆਂ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ। ਅੱਜ ਦਾ ਇਹ ਵਿਸ਼ੇਸ਼ ਦੀਵਾਨ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੈ। ਆਪ ਸੰਗਤ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਸਤਿਗੁਰਾਂ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਦਰਬਾਰ ਦੇ ਵਿੱਚ ਸਜੇ ਬੈਠੇ ਹੋ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਰਾਗੀ ਜਥੇ ਪਾਸੋਂ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰਕੇ ਮਨੁੱਖਾ ਜਾਮੇ ਦੀਆਂ ਮਿਲੀਆਂ ਹੋਈਆਂ ਘੜੀਆਂ ਨੂੰ ਸਵਾਸਾਂ ਨੂੰ ਸਫਲਿਆ ਬਣਾ ਰਹੇ ਸਾਂ। ਆਓ ਕੁਝ ਕੁ ਸਮੇਂ ਦੇ ਲਈ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਇਤਿਹਾਸ, ਉਹਨਾਂ ਦੇ ਜੀਵਨ ਪਰ ਉਪਕਾਰ ਅਤੇ ਵਡਿਆਈਆਂ ਦੇ ਨਾਲ ਆਪਾਂ ਜੁੜਨਾ ਹੈ। ਆਓ ਆਪ ਜਿੰਨੇ ਵੀ ਮਾਈ ਭਾਈ ਗੁਰੂ ਦਰਬਾਰ ਦੇ ਵਿੱਚ ਸਜੇ ਬੈਠੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਟੇਕ ਲਈਏ ਔਰ ਦਾਤੇ ਦੇ ਚਰਨਾਂ ਦੇ ਵਿੱਚ ਇੱਕ ਤਰਲਾ ਮਾਰੀਏ ਕਿ ਸਤਿਗੁਰੂ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਮਨ ਕਰਕੇ ਤੇਰੇ ਚਰਨਾਂ ਦੇ ਨਾਲ ਜੁੜ ਸਕੀਏ, ਪਰ ਦਾਤਾ ਇੰਨਾ ਕੁ ਜ਼ਿਆਦਾ ਭਰੋਸਾ ਹੈ ਕਿ ਜੇ ਤੇਰੀ ਕਿਰਪਾ ਹੋ ਜਾਵੇ ਸਾਡਾ ਮਨ ਵਸ ਦੇ ਵਿੱਚ ਆ ਕੇ ਤੇਰੇ ਸ਼ਬਦ ਦੇ ਸਿਧਾਂਤ ਔਰ ਇਤਿਹਾਸ ਦੇ ਨਾਲ ਜੁੜ ਸਕਦਾ ਹੈ। ਆਪ ਰਹਿਮਤ ਕਰੋ, ਸਾਡੇ ਕਲਯੁਗੀ ਜੀਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਕਾਗਰਤਾ ਅਡੋਲਤਾ ਸਹਿਜਤਾ ਦੀ ਦਾਤ ਬਖਸ਼ ਕਰਕੇ ਆਪ ਆਪਣੇ ਮੁਬਾਰਕ ਚਰਨਾਂ ਦੇ ਨਾਲ ਆਪ ਹੀ ਜੋੜ ਲੈਣਾ ਕਰੋ। ਆਓ ਆਪ ਜਿੰਨੇ ਵੀ ਗੁਰਮੁਖ ਪਿਆਰੇ ਮਾਈ ਭਾਈ ਸਜੇ ਬੈਠੇ ਹੋ, ਖਾਲਸਾਈ ਰਵਾਇਤਾਂ ਦੇ ਮੁਤਾਬਿਕ ਧੰਨ ਗੁਰੂ ਕਲਗੀਧਰ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪ੍ਰੇਮ ਦੇ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਆਰੰਭਤਾ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇਤਿਹਾਸ ਜਿਹੜਾ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ, ਲੜੀ ਜੋੜਨ ਦੇ ਲਈ ਕੇਵਲ ਸੰਖੇਪ ਦੇ ਵਿੱਚ ਅਰਜ਼ ਕਰਨਾ ਚਾਹੁੰਦਾ ਹਾਂ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਆਨੰਦ ਕਾਰਜ ਵਿਆਹ 1574 ਈਸਵੀ ਦੇ ਵਿੱਚ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਨਾਲ ਹੁੰਦਾ ਹੈ।
1581 ਈਸਵੀ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਸੁਭਾਏਮਾਨ ਹੁੰਦੇ ਨੇ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਿਰਮਾਣ ਦੀ ਕਾਰ ਸੇਵਾ, ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਦੇਖ ਰੇਖ ਔਰ ਆਪਣੇ ਹੱਥਾਂ ਦੇ ਨਾਲ ਕਰਦੇ ਨੇ। ਸਾਧ ਸੰਗਤ, ਵਿਆਹ ਨੂੰ ਲਗਭਗ 21 ਕੁ ਸਾਲ ਦਾ ਸਮਾਂ ਹੋ ਗਿਆ ਏ, ਪਰ ਕਦੀ ਵੀ ਮਾਤਾ ਗੰਗਾ ਜੀ ਨੇ ਆਪਣੇ ਪਤੀ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਲਾਮਾ ਕੋਈ ਨਹੀਂ ਦਿੱਤਾ। ਸਬਰ ਸਿਦਕ ਦੀ ਮੂਰਤ ਬਣ ਕੇ ਆਪਣੇ ਪਤੀ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਂਦਿਆਂ ਹੋਇਆਂ ਉਹਨਾਂ ਨੇ ਇੰਨਾ ਲੰਮਾ ਸਮਾਂ ਬਤੀਤ ਕੀਤਾ ਹੈ। ਪਰ ਸਾਧ ਸੰਗਤ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਔਰਤ ਚਾਹੇ ਕਿਸੇ ਵੱਡੇ ਘਰ ਦੇ ਵਿੱਚ ਵਿਆਹੀ ਹੋਵੇ, ਤਨ ਦੇ ਉੱਪਰ ਪਹਿਨਣ ਦੇ ਲਈ ਸੁੰਦਰ ਵਸਤਰ ਹੋਵਣ, ਤਨ ਦੇ ਉੱਪਰ ਪਹਿਨਣ ਦੇ ਲਈ ਕੀਮਤੀ ਗਹਿਣੇ ਹੋਵਣ, ਪਰ ਮਨ ਨੂੰ ਸੰਤੋਖ, ਮਨ ਨੂੰ ਤਸੱਲੀ ਉਨਾ ਚਿਰ ਤੱਕ ਨਹੀਂ ਆਉਂਦੀ ਜਿੰਨਾ ਚਿਰ ਤੱਕ ਉਹਦੀ ਗੋਦ ਦੇ ਵਿੱਚ ਕੋਈ ਲਾਲ ਨਾ ਹੋਵੇ, ਚਾਹੇ ਉਹ ਧੀ ਹੈ ਤੇ ਚਾਹੇ ਉਹ ਪੁੱਤਰ ਹੈ। ਮਾਤਾ ਗੰਗਾ ਜੀ, ਉਲਾਮਾ ਮਨ ਦੇ ਵਿੱਚ ਕੋਈ ਨਹੀਂ, ਸਬਰ ਤੇ ਸਿਦਕ ਹੈ। ਪਰ ਇੱਕ ਦਿਨ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋਂ ਦੇ ਕਹੇ ਹੋਏ ਬੋਲਾਂ ਨੇ ਮਾਤਾ ਗੰਗਾ ਜੀ ਨੂੰ ਅੰਦਰ ਤੱਕ ਝੰਜੋੜ ਦਿੱਤਾ ਏ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਜਾ ਕੇ ਇੱਕ ਬੇਨਤੀ ਕੀਤੀ ਹੈ ਕਿ ਦਾਦਾ, ਤੁਹਾਡੇ ਘਰ ਦੇ ਵਿੱਚੋਂ ਸਭ ਕੁਝ ਮਿਲਦਾ ਏ, ਖਾਲੀ ਝੋਲੀਆਂ ਲੈ ਕੇ ਆਉਂਦੇ ਨੇ, ਤੁਸੀਂ ਭਰ ਦਿੰਦੇ ਹੋ ਕਿ ਮੇਰੇ ਨਿਮਾਣੀ ਦੇ ਕਰਮਾਂ ਦੇ ਵਿੱਚ, ਭਾਗਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ। ਅੱਗੋਂ ਹਜ਼ੂਰ ਨੇ ਕਿਹਾ ਏ ਕਿ ਜੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਲੈਣਾ ਹੈ ਤੇ ਗੁਰੂ ਨਾਨਕ ਦੇ ਸਿੱਖਾਂ ਦੀ ਸੇਵਾ ਕਰਨੀ ਚਾਹੀਦੀ ਹੈ। ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕੀਤਾ ਏ। ਪਹਿਲੇ ਦਿਨ ਗਏ ਨੇ, ਰਥਾਂ ਤੇ ਸਵਾਰ ਹੋ ਕੇ ਗੋਲੀਆਂ ਤੋਂ ਪ੍ਰਸ਼ਾਦਾ ਤਿਆਰ ਕਰਵਾਇਆ ਏ, ਆਪਣੇ ਹੱਥਾਂ ਦੇ ਨਾਲ ਕੁਝ ਨਹੀਂ ਕੀਤਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਪ੍ਰਸ਼ਾਦਾ ਛਕਿਆ ਏ, ਕੋਈ ਬਚਨ ਨਹੀਂ ਕਿਹਾ। ਮਾਤਾ ਗੰਗਾ ਜੀ ਘਰ ਦੇ ਵਿੱਚ ਆ ਗਏ ਨੇ। ਜਦੋਂ ਸਤਿਗੁਰਾਂ ਨੇ ਪੁੱਛਿਆ ਕਿ ਬਾਬਾ ਜੀ ਕੁਝ ਬੋਲੇ, ਉੱਥੇ ਕੀ ਕੁਝ ਹੋਇਆ, ਮਾਤਾ ਗੰਗਾ ਜੀ ਨੇ ਸਭ ਕੁਝ ਦੱਸਿਆ ਏ। ਤੇ ਅੱਗੋਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਜੇ ਕੁਝ ਲੈਣ ਜਾਣਾ ਹੋਵੇ ਤੇ ਮੰਗਤੇ ਬਣ ਕੇ ਜਾਈਦਾ ਏ, ਦਾਤੇ ਬਣ ਕੇ ਨਹੀਂ। ਸਮਝ ਆ ਗਈ ਹੈ। ਅੱਜ ਦੂਸਰਾ ਦਿਨ ਚੜ੍ਹਿਆ ਏ। ਅੰਮ੍ਰਿਤ ਵੇਲੇ ਮਾਤਾ ਗੰਗਾ ਜੀ ਉੱਠੇ ਨੇ, ਇਸ਼ਨਾਨ ਕੀਤਾ ਏ, ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਏ। ਅੱਜ ਨਾਲ ਕੇਵਲ ਇੱਕ ਦਾਸੀ ਹੈ। ਇਤਿਹਾਸ ਕਹਿੰਦਾ ਏ ਮਾਤਾ ਗੰਗਾ ਜੀ ਅੱਜ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੋਂ ਤੁਰੇ ਨੇ, ਪੈਦਲ ਚੱਲ ਕੇ। ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਅਸਥਾਨ ਹੈ, ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਫਸਲਾਂ ਦੀ ਸੰਭਾਲ ਕਰਦੇ ਨੇ, ਪਸ਼ੂਆਂ ਦੀ ਦੇਖ ਰੇਖ ਕਰਦੇ ਨੇ। ਉੱਥੇ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਨੂੰ ਤੱਕਿਆ ਏ, ਇੱਕ ਦਰਖਤ ਦੇ ਹੇਠਾਂ ਆਸਣ ਲਾਇਆ ਏ। ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਅੱਜ ਮਾਤਾ ਗੰਗਾ ਜੀ ਨੇ ਪ੍ਰਸ਼ਾਦੇ ਦਾ ਥਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਰੱਖਿਆ ਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨਾਲੇ ਪ੍ਰਸ਼ਾਦਾ ਛਕਦੇ ਪਏ ਨੇ ਤੇ ਨਾਲੇ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਅਰਦਾਸ ਕੀਤੀ ਹੈ। ਸਾਡਾ ਇਤਿਹਾਸ ਕਹਿੰਦਾ ਏ ਅਰਦਾਸ ਨੂੰ ਫਲ ਲੱਗਾ ਏ ਤੇ 1595 ਈਸਵੀ ਦੇ ਵਿੱਚ ਵਡਾਲੀ ਨਗਰ ਹੈ, ਜਿਹਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਏ। ਉਸ ਮੁਬਾਰਕ ਅਸਥਾਨ ਦੇ ਉੱਪਰ ਮਾਤਾ ਗੰਗਾ ਜੀ ਦੀ ਕੁੱਖ ਦੇ ਵਿੱਚੋਂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਇੱਕ ਬਾਲਕ ਪੈਦਾ ਹੋਇਆ ਏ, ਜਿਹਦਾ ਨਾਮ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਹਰਗੋਬਿੰਦ ਸਾਹਿਬ ਰੱਖਿਆ ਏ। ਆਪਾਂ ਸਤਿਕਾਰ ਦੇ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ। ਸਾਡਾ ਇਤਿਹਾਸ ਕਹਿੰਦਾ ਏ ਵਡਾਲੀ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਕੇਵਲ ਇੱਕ ਘਰ ਹੈ ਜਿੱਥੇ ਕੋਈ ਖੁਸ਼ੀ ਨਹੀਂ ਮਨਾਈ ਗਈ, ਬਾਕੀ ਸਾਰੀਆਂ ਸੰਗਤਾਂ ਨੇ ਰੱਜ ਕੇ ਖੁਸ਼ੀਆਂ ਮਨਾਈਆਂ ਨੇ। ਤੇ ਸਾਡਾ ਇਤਿਹਾਸ ਕਹਿੰਦਾ ਏ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਘਰ ਦੇ ਵਿੱਚ ਬਾਲਕ ਪੈਦਾ ਹੋਣ ਦਾ ਕਰਕੇ ਉਸ ਪਾਵਨ ਨਗਰ ਦੇ ਵਿੱਚ ਇੱਕ 6 ਹੱਟਾਂ ਵਾਲਾ ਖੂਹ ਲਗਾਇਆ ਏ, ਜਿਹਨੂੰ ਆਪਾਂ ਅੱਜ ਕੱਲ੍ਹ ਗੁਰਦੁਆਰਾ ਛਿਆਟਾ ਸਾਹਿਬ, ਕਾਗਜ਼ੀ ਤੌਰ ਤੇ ਸ਼ਹਿਰ ਅਟਾ ਸਾਹਿਬ ਕਹਿੰਦੇ ਆ।
ਬਾਬਾ ਪ੍ਰਿਥੀ ਚੰਦ ਜਿੱਥੇ ਦੁਨੀਆ ਦੇ ਲੋਕ, ਇਲਾਕੇ ਦੇ ਲੋਕ, ਸਿੱਖ ਸੰਗਤ ਮਨ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਖੁਸ਼ੀਆਂ ਮਨਾਉਂਦੀ ਪਈ ਹੈ, ਉੱਥੇ ਬਾਬਾ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਇੰਨੀ ਕੁ ਜ਼ਿਆਦਾ ਈਰਖਾ ਤੇ ਸਾੜਾ ਭਰਿਆ ਹੋਇਆ ਹੈ। ਮਨ ਦੇ ਵਿੱਚ ਕੇਵਲ ਇੱਕੋ ਤਮੰਨਾ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਕਿਹੜੀ ਔਲਾਦ ਹੋਣੀ ਹੈ, ਅੱਜ ਨਹੀਂ ਤੇ ਕੱਲ ਗੁਰਤਾ ਗੱਦੀ ਦੀ ਦਾਤ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਜਾਵੇਗੀ। ਪਰ ਜਿਹੜੀ ਉਹ ਆਸ ਹੈ ਅੱਜ ਉਹ ਵੀ ਟੁੱਟ ਗਈ ਹੈ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਤੇ ਸ਼ੁਕਰਾਨਾ ਕਰਦਿਆਂ ਉਹਨਾਂ ਨੇ ਇੱਕ ਸ਼ਬਦ ਕਿਹਾ ਹੈ ਕਿ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ। ਕਹਿੰਦੇ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕਰਕੇ ਸਾਡੇ ਘਰ ਦੇ ਵਿੱਚ ਰੱਬ ਦਾ ਭਗਤ, ਭਗਤੀ ਕਰਨ ਵਾਲਾ ਆਪ ਭੇਜਿਆ ਏ। ਆਪਾਂ ਸ਼ਬਦ ਪੜ੍ਹਦੇ ਹਾਂ, ਜੰਮਿਆ ਪੂਤ ਭਗਤ ਗੋਬਿੰਦ ਕਾ। ਤੇ ਸਾਧ ਸੰਗਤ ਇਸੇ ਵੀ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਿਹਾ ਏ, ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ। ਕਹਿਣ ਲੱਗੇ ਇਹ ਗੱਲ ਕਿਸੇ ਤੋਂ ਕੋਈ ਲਿਖੀ ਛੁਪੀ ਨਹੀਂ, ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਤੁਰਠਾ ਏ ਤਾਂ ਸਾਡੇ ਘਰ ਦੇ ਵਿੱਚ ਇਹ ਦਾਤ ਮਿਲੀ ਹੈ। ਬਾਬਾ ਪ੍ਰਿਥੀ ਚੰਦ ਮਨ ਦੇ ਵਿੱਚ ਬੜਾ ਸਾੜਾ, ਮਨ ਦੇ ਵਿੱਚ ਬੜੀ ਈਰਖਾ ਏ। ਹੁਣ ਮਨ ਦੇ ਵਿੱਚ ਵਲਵਲੇ ਚੱਲਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਲਕ ਅਵਸਥਾ ਦੇ ਵਿੱਚ ਹੀ ਖਤਮ ਕਰ ਦਿੱਤਾ ਜਾਵੇ। 3 ਹੱਲਿਆਂ ਦਾ, 3 ਘਟਨਾਵਾਂ ਦਾ ਜ਼ਿਕਰ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਹੈ। ਸਭ ਤੋਂ ਪਹਿਲਾਂ ਇਸ ਪ੍ਰਿਥੀ ਚੰਦ ਨੇ ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਦਾਈ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਫੱਤੋ ਕਰਕੇ ਆਉਂਦਾ ਹੈ। ਮੈਂ ਅਰਜ਼ ਕਰ ਜਾਵਾਂ ਸਾਧ ਸੰਗਤ, ਆਪਾਂ ਜਪਜੀ ਸਾਹਿਬ ਜੀ ਦੇ ਅੰਦਰ ਇੱਕ ਸ਼ਲੋਕ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ। ਮਹਾਰਾਜ ਨੇ ਉਸ ਸ਼ਲੋਕ ਦੇ ਵਿੱਚ ਕਿਹਾ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਮਨੁੱਖ ਦੇ ਕੀਤੇ ਹੋਏ ਕਰਮ ਨੇ, ਕਰਮਾਂ ਕਰਕੇ ਹੀ ਰੱਬ ਦੀ ਨੇੜਤਾ ਹੁੰਦੀ ਹੈ ਤੇ ਕਰਮਾਂ ਕਰਕੇ ਹੀ ਰੱਬ ਤੋਂ ਦੂਰੀ ਪੈ ਜਾਂਦੀ ਹੈ। ਇੱਕ ਦਾਈ ਦਾ ਨਾਮ ਹੈ ਦੌਲਤਾਂ, ਕਦੀ ਰਾਏ ਭੋਏ ਦੀ ਤਲਵੰਡੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਜੇ ਆਗਮਨ ਨਹੀਂ ਹੋਇਆ, ਪ੍ਰਕਾਸ਼ ਨਹੀਂ ਹੋਇਆ। ਮਨ ਦੇ ਵਿੱਚ ਇੱਕ ਤਮੰਨਾ ਲੈ ਕੇ ਤੁਰੀ ਹੈ ਕਿ ਬਾਬਾ ਕਲਿਆਣ ਚੰਦ ਬੜੇ ਰਈਸ ਖਾਨਦਾਨ ਦੇ ਨਾਲ ਸੰਬੰਧ ਰੱਖਦੇ ਨੇ, ਘਰ ਦੇ ਵਿੱਚ ਪਦਾਰਥਾਂ ਦੀ ਕਮੀ ਕੋਈ ਨਹੀਂ, ਉਹਨਾਂ ਦੇ ਘਰ ਦੇ ਵਿੱਚ ਅੱਲਾਹ ਤਾਲਾ ਦੀ ਮਿਹਰ ਵਰਸਣ ਵਾਲੀ ਹੈ, ਉਹਨਾਂ ਦੇ ਘਰੋਂ ਮੈਂ ਮੰਗ ਕੇ ਲਵਾਂਗੀ, ਆਪਣੀ ਝੋਲੀ ਭਰ ਲਵਾਂਗੀ। ਬਾਬਾ ਕਲਿਆਣ ਦਾਸ ਜੀ ਨੂੰ ਜਾ ਕੇ ਆਪਣੇ ਮਨ ਦੀ ਵਿਰਥਾ ਦੱਸੀ ਹੈ। ਅੱਗੋਂ ਬਾਬਾ ਕਲਿਆਣ ਦਾਸ ਜੀ ਨੇ ਵੀ ਧਰਵਾਸ ਦਿੱਤਾ ਏ ਕਿ ਦੌਲਤਾਂ ਕੋਈ ਗੱਲ ਨਹੀਂ, ਸਮਾਂ ਆਵੇਗਾ ਮੈਂ ਤੇਰੀ ਝੋਲੀ ਭਰ ਦੇਵਾਂਗਾ। ਅੱਜ ਸਮਾਂ ਆਇਆ ਏ, ਅੰਮ੍ਰਿਤ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਏ। ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਦੌਲਤਾਂ ਦੀ ਨਜ਼ਰ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਤੋਂ ਹਟਦੀ ਨਹੀਂ। ਇੱਕ ਨਹੀਂ, ਦੋ ਨਹੀਂ, ਪਤਾ ਨਹੀਂ ਕਿੰਨੀਆਂ ਕੁ ਘੜੀਆਂ ਹੋ ਗਈਆਂ ਨੇ, ਕੇਵਲ ਇੱਕ ਨਜ਼ਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਦੀ ਹੈ, ਉਹਦਾ ਉੱਠਣ ਨੂੰ ਜੀ ਨਹੀਂ ਕਰਦਾ। ਪਰ ਬਾਹਰ ਜਾ ਕੇ ਖਬਰ ਵੀ ਦੇਣੀ ਸੀ। ਬਾਬਾ ਕਲਿਆਣ ਦਾਸ ਜੀ ਨੂੰ ਕਿਹਾ ਏ, ਪਟਵਾਰੀ ਜੀ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਏ। ਮਨ ਦੇ ਵਿੱਚ ਖੁਸ਼ੀ ਹੈ। ਅੰਦਰ ਗਏ ਨੇ, ਅੰਦਰੋਂ ਇੱਕ ਥਾਲ ਲਿਆਂਦਾ ਏ। ਥਾਲ ਦੇ ਵਿੱਚ ਕੁਝ ਗਹਿਣੇ, ਕੁਝ ਮਾਇਆ ਦੌਲਤਾਂ ਦੇ ਅੱਗੇ ਕੀਤੀ ਹੈ ਤੇ ਦੌਲਤਾਂ ਨੂੰ ਇੱਕ ਗੱਲ ਕਹੀ ਹੈ, ਦੌਲਤਾਂ ਜਦੋਂ ਆਈ ਸਾਂ ਬੜਾ ਕੁਝ ਮਨ ਦੇ ਵਿੱਚ ਲੈ ਕੇ ਆਈ ਸੀ, ਮੈਂ ਤੇਰੇ ਨਾਲ ਵਾਅਦਾ ਕਰਦਾ ਏ, ਆ ਕੇਵਲ ਦਰਸ਼ਨੀ ਭੇਟਾ ਏ, ਇਹਨੂੰ ਆਪਣੀ ਝੋਲੀ ਦੇ ਵਿੱਚ ਪਵਾ ਲੈ, ਬਾਅਦ ਦੇ ਵਿੱਚ ਜੋ ਕੁਝ ਵੀ ਕਵੇਂਗੀ ਮੈਂ ਤੇਰੀ ਝੋਲੀ ਦੇ ਵਿੱਚ ਆਪ ਦੇਵਾਂਗਾ, ਤੇਰੇ ਘਰ ਦੇ ਵਿੱਚ ਆਪ ਛੱਡ ਕੇ ਆਵਾਂਗਾ। ਪਰ ਦੌਲਤਾਂ ਕਿਤੇ ਹੋਰ ਹੀ ਗਵਾਚੀ ਹੋਈ ਸੀ। ਦੌਲਤਾਂ ਦੀ ਨਜ਼ਰ ਉਸ ਕਮਰੇ ਦੇ ਦਰਵਾਜ਼ੇ ਤੇ ਟਿਕੀ ਹੋਈ ਸੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਹੈ। ਬਾਬਾ ਕਲਿਆਣ ਦਾਸ ਦੂਸਰੀ ਵਾਰ ਦੌਲਤਾਂ ਨੂੰ ਮੋਢੇ ਤੋਂ ਫੜ ਕੇ ਹਲੂਣਿਆ ਹੈ। ਕਹਿਣ ਲੱਗੇ, ਦੌਲਤਾਂ ਕਿੱਥੇ ਗਵਾਚੀ ਹੈ? ਜਦੋਂ ਆਈ ਸਾਂ ਮਨ ਦੇ ਵਿੱਚ ਬੜੇ ਵਲਵਲੇ, ਬੜੀਆਂ ਇੱਛਾਵਾਂ, ਬੜੀਆਂ ਤਮੰਨਾਵਾਂ ਸਨ। ਆ ਕੁਝ ਦੌਲਤ ਹੈ, ਇਹਨੂੰ ਝੋਲੀ ਦੇ ਵਿੱਚ ਪਵਾ ਲੈ। ਸੱਚ ਹੈ, ਜੋ ਕੁਝ ਵੀ ਮੰਗੇਗੀ ਮੈਂ ਤੇਰੀ ਝੋਲੀ ਦੇ ਵਿੱਚ ਪਾ ਦੇਵਾਂਗਾ।
ਦੌਲਤਾਂ ਨੇ ਤਿੰਨ ਗੱਲਾਂ ਕਹੀਆਂ ਨੇ। ਪਹਿਲੀ ਗੱਲ ਕਹੀਏ ਪਟਵਾਰੀ ਜੀ ਮਿਲ ਗਿਆ ਏ, ਦੂਸਰੀ ਗੱਲ ਕਹੀਏ ਸਭ ਕੁਝ ਮਿਲ ਗਿਆ ਏ, ਤੇ ਤੀਸਰਾ ਸ਼ਬਦ ਕਿਹਾ ਏ ਕਿ ਜਿਸ ਚੀਜ਼ ਦੀ ਤਮੰਨਾ ਵੀ ਨਹੀਂ ਸੀ ਉਹ ਚੀਜ਼, ਉਹ ਪਦਾਰਥ ਵੀ ਮੈਨੂੰ ਮਿਲ ਗਿਆ ਏ। ਬਾਬਾ ਕਲਿਆਣ ਦਾਸ ਹੈਰਾਨ ਹੋਏ ਨੇ, ਕਹਿਣ ਲੱਗੇ ਦੌਲਤਾਂ ਨਾ ਮੈਂ ਤੈਨੂੰ ਕੁਝ ਦਿੱਤਾ, ਨਾ ਤੂੰ ਕੁਝ ਮੇਰੇ ਕੋਲੋਂ ਲਿਆ, ਤੈਨੂੰ ਮਿਲਿਆ ਕੀ ਹੈ ਤੇ ਤੈਨੂੰ ਮਿਲਿਆ ਕਿੱਥੋਂ ਹੈ। ਅੱਜ ਦੌਲਤਾਂ ਦੇ ਚਿਹਰੇ ਤੇ ਇੱਕ ਵਿਸਮਾਦ ਜਿਹੀ ਮੁਸਕਰਾਹਟ ਹੈ। ਹੱਥ ਜੋੜ ਕੇ ਦੌਲਤਾਂ ਨੇ ਬਾਬਾ ਕਲਿਆਣ ਦਾਸ ਜੀ ਨੂੰ ਕਿਹਾ ਏ, ਜਦੋਂ ਆਈ ਸਾਂ ਬੜੀਆਂ ਤਮੰਨਾਵਾਂ ਸਨ, ਪਰ ਜਦੋਂ ਤੋਂ ਤੁਹਾਡੇ ਪੁੱਤਰ ਦੇ ਦਰਸ਼ਨ ਕੀਤੇ ਨੇ ਮੇਰੀਆਂ ਸਾਰੀਆਂ ਤਮੰਨਾਵਾਂ ਖਤਮ ਹੋ ਗਈਆਂ ਨੇ। ਅੱਗੇ ਤੇ ਮੈਂ ਕੇਵਲ ਨਾਮ ਦੀ ਦੌਲਤਾਂ ਸਾਂ, ਅੱਜ ਤੁਹਾਡੇ ਪੁੱਤਰ ਦੇ ਦਰਸ਼ਨ ਕੀਤੇ ਮੈਂ ਸੱਚਮੁੱਚ ਦੌਲਤਾਂ ਬਣ ਗਈਆਂ। ਸਾਧ ਸੰਗਤ ਉਸ ਹੀ ਦੌਲਤਾਂ ਦਾਈ। ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੀ ਗੱਲ ਚੱਲਦੀ ਹੈ ਉਦੋਂ ਦੌਲਤਾਂ ਦਾ ਨਾਮ ਹਰ ਇੱਕ ਸਿੱਖ ਦੀ ਜ਼ੁਬਾਨ 'ਤੇ ਬੜੀ ਸ਼ਰਧਾ ਭਾਵਨਾ ਔਰ ਸਤਿਕਾਰ ਦੇ ਨਾਲ ਆਉਂਦਾ ਏ। ਔਰ ਦੂਸਰੀ ਦਾਈ ਹੈ ਫਤੋ। ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਰਹਿੰਦੀ ਹੈ। ਬਾਬਾ ਪ੍ਰਿਥੀ ਚੰਦ ਨੇ ਲਾਲਚ ਦਿੱਤਾ ਏ ਕਿ ਫਤੋ ਮੇਰਾ ਇੱਕ ਨਿੱਕਾ ਜਿਹਾ ਕੰਮ ਹੈ, ਜੇ ਕਰ ਦੇਵੇਂਗੀ ਤੇ ਸਾਰੀ ਉਮਰ ਤੇਰਾ ਅਹਿਸਾਨਮੰਦ ਰਵਾਂਗਾ, ਜੋ ਕੁਝ ਵੀ ਮੰਗੇਗੀ ਮੈਂ ਤੇਰੀ ਝੋਲੀ ਦੇ ਵਿੱਚ ਪਾ ਦੇਵਾਂਗਾ। ਕਹਿਣ ਲੱਗੀ ਕੰਮ ਕੀ ਹੈ? ਕਹਿਣ ਲੱਗੇ ਆਹ ਜ਼ਹਿਰ ਹੈ, ਇਹਨੂੰ ਤੂੰ ਆਪਣੇ ਦੁੱਧ ਦੇ ਨਾਲ ਮਿਲਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖ ਦੇ ਵਿੱਚ ਪਾਉਣਾ ਹੈ ਤੇ ਉਹਨੂੰ ਮਾਰ ਦੇਣਾ ਹੈ। ਸਾਧ ਸੰਗਤ ਮੈਂ ਬੇਨਤੀ ਕਰ ਜਾਵਾਂ, ਜਿਹੜਾ ਪੈਸਾ ਹੈ ਨਾ, ਲਾਲਚ ਹੈ, ਉਹ ਬੰਦੇ ਤੋਂ ਬੜਾ ਕੁਝ ਕਰਵਾ ਦਿੰਦਾ ਹੈ। ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ ਨਾ, ਤੇ ਆਮ ਤੌਰ 'ਤੇ ਇੱਦਾਂ ਦੀਆਂ ਖਬਰਾਂ ਮਿਲਦੀਆਂ ਨੇ ਕਿ ਜ਼ਮੀਨ ਦੀ ਖਾਤਰ ਭਰਾ ਨੇ ਭਰਾ ਨੂੰ ਮਾਰ ਦਿੱਤਾ, ਪੈਸੇ ਦੀ ਖਾਤਰ ਪਤਨੀ ਨੇ ਪਤੀ ਨੂੰ ਮਾਰ ਦਿੱਤਾ। ਲਾਲਚ ਇੱਦਾਂ ਦੀ ਚੀਜ਼ ਹੈ, ਨਾ ਕੋਈ ਰਿਸ਼ਤਾ, ਨਾ ਕੋਈ ਸਾਕ ਤੇ ਨਾ ਕੋਈ ਪਿਆਰ ਦੇਖਦੀ ਹੈ। ਫਤੋ ਦੇ ਮਨ ਦੇ ਵਿੱਚ ਵੀ ਲਾਲਚ ਆਇਆ ਏ। ਇਹਨੇ ਬਾਬਾ ਪ੍ਰਿਥੀ ਚੰਦ ਤੋਂ ਜ਼ਹਿਰ ਫੜਿਆ ਏ ਤੇ ਤੁਰੀ ਹੈ ਗੁਰੂ ਕੀ ਵਡਾਲੀ। ਮਾਤਾ ਗੰਗਾ ਜੀ ਨੂੰ ਜਾ ਕੇ ਇੱਕ ਗੱਲ ਕਹੀ ਹੈ ਕਿ ਮਾਤਾ ਜੀ, ਜੇ ਤੁਸੀਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਹੁੰਦੇ ਤੇ ਮੈਂ ਬੜੇ ਪਿਆਰ ਦੇ ਨਾਲ ਤੁਹਾਡੀ ਤੇ ਤੁਹਾਡੇ ਪੁੱਤਰ ਦੀ ਸੇਵਾ ਤੇ ਦੇਖਭਾਲ ਕਰਨੀ ਸੀ। ਤੁਸੀਂ ਇੱਥੇ ਆ ਗਏ ਹੋ, ਮੇਰੇ ਮਨ ਨੇ ਹੁਲਾਰਾ ਖਾਧਾ ਏ, ਮੈਂ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਈ ਹਾਂ ਤਾਂ ਜੋ ਤੁਹਾਡੀ ਤੇ ਤੁਹਾਡੇ ਪੁੱਤਰ ਦੀ ਸੇਵਾ ਕਰ ਸਕਾਂ। ਮਨਸਾ ਹੋਰ ਸੀ ਪਰ ਜਤਾਈ ਕੁਝ ਹੋਰ ਹੈ। ਸਾਡਾ ਇਤਿਹਾਸ ਕਹਿੰਦਾ ਹੈ ਇੱਕ ਦਿਨ ਮੌਕਾ ਪਾ ਕੇ ਇਸ ਦਾਈ ਫਤੋ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੇਰੀ ਪੀਰੀ ਦਾ ਮਾਲਕ ਵੱਡੀ ਆਰਜਾ ਹਰਗੋਬਿੰਦ ਕੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵਚਨ ਕਹਿੰਦੇ ਮਾਲਕ ਵਾਹਿਗੁਰੂ ਆਪ ਰੱਖਣ ਵਾਲਾ ਏ। ਬਾਲਕ ਹਰਗੋਬਿੰਦ ਨੇ ਜ਼ਹਿਰ ਪੀਤਾ ਨਹੀਂ, ਜ਼ਹਿਰ ਇੰਨਾ ਕੁ ਜ਼ਿਆਦਾ ਤੇਜ਼ ਸੀ, ਉਹ ਫਤੋ ਜ਼ਹਿਰ ਦੇ ਕਾਰਨ ਹੀ ਤੜਫ ਤੜਫ ਕੇ ਮਰ ਗਈ ਹੈ। ਮਰਨ ਤੋਂ ਪਹਿਲਾਂ ਉਹਨੇ ਬਾਬਾ ਪ੍ਰਿਥੀ ਚੰਦ ਦਾ ਸਾਰਾ ਪਾਜ ਉਘੇੜ ਦਿੱਤਾ ਹੈ। ਪਰ ਸ਼ਾਂਤੀ ਦੇ ਪ੍ਰਤੀਕ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਬਾਬਾ ਪ੍ਰਿਥੀ ਚੰਦ ਨੂੰ ਕੋਈ ਉਲਾਮਾ ਨਹੀਂ ਦਿੱਤਾ। ਪਹਿਲਾ ਹੱਲਾ ਨਾਕਾਮ ਗਿਆ ਏ, ਫਿਰ ਇਹਨੇ ਦੂਸਰਾ ਹੱਲਾ ਕੀਤਾ ਏ। ਇੱਕ ਸਪੇਰੇ ਨੂੰ ਪ੍ਰੇਰਿਆ ਏ, ਸਪੇਰੇ ਨੂੰ ਕਿਹਾ ਹੈ ਕਿ ਤੂੰ ਜ਼ਹਿਰੀਲਾ ਸੱਪ ਸ਼੍ਰੀ ਗੁਰੂ ਹਰਗੋਬਿੰਦ ਦੇ ਆਲੇ ਦੁਆਲੇ ਛੱਡ ਦੇਵੀਂ, ਸੱਪ ਡੰਗ ਮਾਰੇਗਾ ਤੇ ਉਹ ਬਾਲਕ ਮਰ ਜਾਵੇਗਾ। ਪਰ ਸਾਡਾ ਇਤਿਹਾਸ ਕਹਿੰਦਾ ਏ, ਆਪਾਂ ਸ਼ਬਦ ਪੜ੍ਹਦੇ ਆ ਨਾ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਆਪਾਂ ਸ਼ਬਦ ਪੜ੍ਹਦੇ ਆ ਕਿ ਉਹ ਦਲ ਭੰਜਨ ਯੋਧਾ ਏ, ਪਰ ਉਪਕਾਰ ਕਰਨ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ ਏ। ਸੱਪ ਨੂੰ ਵੇਖਿਆ ਏ ਮੇਰੇ ਦਾਤੇ ਨੇ, ਸੱਪ ਦੀ ਸਿਰੀ ਫੜੀ ਹੈ ਤੇ ਉਹਨਾਂ ਚਿਰ ਤੱਕ ਉਸ ਸਿਰੀ ਨੂੰ ਛੱਡਿਆ ਨਹੀਂ ਜਿੰਨਾ ਚਿਰ ਤੱਕ ਸੱਪ ਮਰ ਨਹੀਂ ਗਿਆ। ਦੂਸਰਾ ਹੱਲਾ ਵੀ ਨਾਕਾਮ ਹੋਇਆ ਏ। ਤੀਸਰਾ ਹੱਲਾ ਸਾਡਾ ਇਤਿਹਾਸ ਕਹਿੰਦਾ ਏ, ਬਾਬਾ ਪ੍ਰਿਥੀ ਚੰਦ ਨੇ ਇੱਕ ਖਿਡਾਵੇ ਨੂੰ ਪ੍ਰੇਰਿਆ ਏ, ਬ੍ਰਾਹਮਣ ਨੂੰ ਪ੍ਰੇਰਿਆ ਏ ਕਿ ਤੁਸੀਂ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਬਾਲਕ ਹਰਗੋਬਿੰਦ ਨੂੰ ਖਵਾਉਣਾ ਏ ਤੇ ਉਹ ਮਰ ਜਾਵੇਗਾ। ਤੁਰਿਆ ਹੈ ਬ੍ਰਾਹਮਣ ਲਾਲਚ ਦੇ ਵਿੱਚ ਆ ਕੇ,
ਵਡਾਲੀ ਨਗਰ ਦੇ ਵਿੱਚ ਪਹੁੰਚਿਆ ਏ। ਅੱਜ ਇੱਕ ਕੌਲੀ ਦੇ ਵਿੱਚ ਦਹੀਂ ਪਾਇਆ ਏ, ਉਹਦੇ ਵਿੱਚ ਜ਼ਹਿਰ ਪਾਇਆ ਏ। ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਵਾਉਣ ਦਾ ਯਤਨ ਕਰਦਾ ਏ, ਪਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਦਹੀਂ ਨਹੀਂ ਖਾਧਾ। ਹੱਥ ਮਾਰਿਆ ਏ, ਦਹੀਂ ਵਾਲੀ ਕੌਲੀ ਜ਼ਮੀਨ ਤੇ ਡਿੱਗ ਪਈ ਹੈ। ਇੱਕ ਕੁੱਤੇ ਨੇ ਦਹੀਂ ਖਾਧਾ ਏ ਤੇ ਜ਼ਹਿਰ ਵਾਲਾ ਦਹੀਂ ਖਾਣ ਦੇ ਨਾਲ ਉਹ ਕੁੱਤਾ ਮਰ ਗਿਆ ਏ। ਪਤਾ ਲੱਗਾ ਏ ਅਖੀਰ ਦੇ ਵਿੱਚ ਉਸ ਬ੍ਰਾਹਮਣ ਨੇ ਆਪਣਾ ਅਪਰਾਧ ਕਬੂਲਿਆ ਏ ਤੇ ਉਸ ਬ੍ਰਾਹਮਣ ਦੇ ਪੇਟ ਦੇ ਵਿੱਚ ਸੂਲ ਉੱਠੀ ਹੈ। ਤੜਫ ਤੜਫ ਕਰਕੇ ਗੁਰੂ ਕੀ ਵਡਾਲੀ ਨਗਰ ਦੇ ਵਿੱਚ ਉਹਨੇ ਪ੍ਰਾਣ ਤਿਆਗ ਦਿੱਤੇ ਨੇ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੁਆ ਹੋਏ ਕੈ ਸੂਲ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। 3 ਹੱਲੇ ਕੀਤੇ ਨੇ, ਪਰ ਇਹਨਾਂ 3 ਹੱਲਿਆਂ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਆਪ ਰੱਖਿਆ ਏ। ਆਪਾਂ ਸ਼ਬਦ ਪੜ੍ਹਦੇ ਹਾਂ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ। ਸਾਧ ਸੰਗਤ ਮੈਂ ਬੇਨਤੀ ਕਰ ਜਾਵਾਂ, ਜਦੋਂ ਜਿੰਨਾ ਚਿਰ ਤੱਕ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਨਹੀਂ ਨਾ ਹੁੰਦਾ, ਉਨਾ ਚਿਰ ਤੱਕ ਕਿਸੇ ਦੀ ਕੀ ਔਕਾਤ ਹੈ, ਕਿਸੇ ਦੇ ਵਿੱਚ ਕੀ ਸ਼ਕਤੀ ਹੈ, ਉਹ ਕਿਸੇ ਦਾ ਵਾਲ ਵੀ ਵਿੰਗਾ ਕਰ ਸਕੇ। ਇਹ ਮੈਂ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ। ਮਹਾਰਾਜ ਕਹਿੰਦੇ ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਨ ਲਖ ਆਵਦ ਹੈ, ਅਹੋ ਜਸ ਰਖੇਨ ਗੋਪਾਲ ਹੈ, ਨਾਨਕ ਰੋਮ ਨਾ ਛੇਦਿਆ। ਤੇ ਪਰ ਸਾਧ ਸੰਗਤ ਜਿਹਦੀ ਆਈ ਹੁੰਦੀ ਹੈ ਨਾ, ਉਹ ਚਾਹੇ ਲੱਖ ਯਤਨ ਕਰੇ ਮੌਤ ਤੋਂ ਬਚ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸ ਹੈ, ਬਿਖਮ ਸਥਾਨ ਬਸੰਤ ਊਚਾ ਹੈ, ਨਹਿ ਸਿਮਰਨ ਮਰਦੰਕ ਦੰਚ ਹੈ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਪ੍ਰਿਥੀ ਚੰਦ ਨੇ ਯਤਨ ਕੀਤਾ ਏ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਿਆ। ਮੀਰੀ ਪੀਰੀ ਦਾ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ ਨੇ। 1606 ਈਸਵੀ ਦੇ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਮੇਰਾ ਦਾਤਾ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਇਆ ਹੈ। ਸਤਿਗੁਰਾਂ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਨੇ। ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ ਔਰ ਸਮੇਂ ਦੀ ਹਕੂਮਤ ਨੂੰ ਵੰਗਾਰਿਆ ਹੈ। ਸਮੇਂ ਦੀ ਹਕੂਮਤ ਨੇ 4 ਜੰਗਾਂ ਕੀਤੀਆਂ ਨੇ ਔਰ ਉਹਨਾਂ 4 ਜੰਗਾਂ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿੱਤ ਹੋਈ ਹੈ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਾਂ ਪਾਵਨ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸਾਧ ਸੰਗਤ, ਸਤਿਗੁਰਾਂ ਜੀ ਦਾ ਇਤਿਹਾਸ ਬੜਾ ਲੰਮੇਰਾ ਹੈ, ਪਰ ਮੇਰੇ ਕੋਲੋਂ ਸਮੇਂ ਦੀ ਥੋੜ੍ਹੀ ਜਿਹੀ ਕਮੀ ਹੈ। ਇਸ ਕਰਕੇ ਸੰਖੇਪ ਦੇ ਵਿੱਚ ਸਤਿਗੁਰਾਂ ਜੀ ਦੀਆਂ ਵਡਿਆਈਆਂ, ਸਤਿਗੁਰਾਂ ਜੀ ਦਾ ਮੁਬਾਰਕ ਇਤਿਹਾਸ ਆਪ ਸਿੱਖ ਸੰਗਤ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ। ਸਾਧ ਸੰਗਤ, ਅਖੀਰਲੀ ਬੇਨਤੀ ਕਰਕੇ ਮੈਂ ਸਮਾਪਤੀ ਕਰਨ ਲੱਗਾ ਵਾਂ। ਸੱਚ ਹੈ, ਜਿਹਦੇ ਉੱਪਰ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਮੁਬਾਰਕ ਬਚਨ ਹੈ। ਮਹਾਰਾਜ ਕਹਿੰਦੇ, ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਲੱਗੈ ਨਾ ਤੱਤੀ ਵਾਓ, ਜੇ ਕੋ ਹੋਵੈ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ, ਸਵਾਰਥ ਸਵਾਓ ਨਾ ਕੋ ਕਰੈ, ਨਾ ਕਿਛ ਹੋਵੈ ਕਾਜ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨੇਚਲ ਹੋਵੈ ਰਾਜ। ਜੋ ਵਾਹਿਗੁਰੂ ਨਾਲ ਹੈ ਤੇ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ। ਇਹਨਾਂ ਕੋ ਇਤਿਹਾਸ ਆਪ ਸਿੱਖ ਸੰਗਤ ਨੇ ਪ੍ਰਵਾਨ ਕਰਨਾ। ਆਓ ਕੇਵਲ ਚੰਦ ਕੁ ਮਿੰਟ, ਜੋ ਅੱਜ ਆਸਾੜ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਕੇਵਲ ਅੱਖਰੀ ਅਰਥ ਕਰਕੇ ਮੈਂ ਆਪ ਸਿੱਖ ਸੰਗਤ ਦੇ ਪਾਸੋਂ ਖਿਮਾ ਦੇ ਜਾਚਕ ਹੋ ਜਾਣਾ ਹੈ। ਆਓ ਆਪ ਜਿੰਨੇ ਵੀ ਜੁੜੇ ਬੈਠੇ ਹੋ, ਝੁਕਾ ਕੇ ਸੀਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨ ਨੂੰ ਇਕਾਗਰ ਕਰਦਿਆਂ ਹੋਇਆ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਾ ਜਿਨਾ ਪਾਸ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਆਸਾੜ ਜਿਹਨੂੰ ਆਪਾਂ ਆਮ ਤੌਰ ਤੇ ਹਾੜ ਦਾ ਮਹੀਨਾ ਕਹਿੰਦੇ ਆ, ਇਸ ਮੁਬਾਰਕ ਸ਼ਬਦ ਦੇ ਵਿੱਚ ਉਪਦੇਸ਼ ਬਖਸ਼ਦੇ ਪਏ ਨੇ। ਸਾਹਿਬ ਕਹਿੰਦੇ ਹਾੜ ਦਾ ਮਹੀਨਾ ਉਹਨਾਂ ਜੀਵਾਂ ਵਾਸਤੇ ਤਪਦਾ ਏ, ਉਹਨਾਂ ਨੂੰ ਗਰਮ ਲੱਗਦਾ ਏ। ਉਹ ਮਨੁੱਖ ਇਸ ਹਾੜ ਦੇ ਮਹੀਨੇ ਦੇ ਵਿੱਚ ਕਲਪਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਵਸਦਾ ਨਹੀਂ, ਜਿਹੜੇ ਨਾਮ ਤੋਂ ਵਿਹੂਣੇ ਨੇ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧਿਆਸ। ਕਿਉਂਕਿ ਉਹਨਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਕੇਵਲ ਇੱਕ ਮਨੁੱਖ ਦੀ ਆਸ ਨੂੰ ਆਪਣੇ ਮਨ ਦੇ ਵਿੱਚ ਧਾਰਿਆ ਹੁੰਦਾ ਹੈ। ਪਰ ਸਾਧ ਸੰਗਤ ਸੱਚ ਹੈ, ਮਾਨਸ ਕੀ ਟੇਕ ਬਿਰਥੀ ਸਭ ਜਾਲ। ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਘਾਏ। ਬਾਹੜ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ। ਮਾਨੁਖ ਕੈ ਕਿਛ ਨਾਹੀ ਹਾਥ। ਬੰਦੇ ਦੇ ਹੱਥ ਵਿੱਚ ਕੁਝ ਨਹੀਂ। ਦੇਣ ਵਾਲਾ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ ਕੇਵਲ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ। ਪਰ ਜਿਹੜੇ ਜੀਵ ਰੱਬ ਦੀ ਆਸ ਨੂੰ ਛੱਡ ਕੇ ਕਿਸੇ ਮਨੁੱਖ ਦੀ ਆਸ ਦੇ ਉੱਪਰ ਜਿਉਂਦੇ ਨੇ, ਸਾਹਿਬ ਕਹਿੰਦੇ ਉਹ ਹਾੜ ਦੇ ਮਹੀਨੇ ਦੇ ਵਿੱਚ ਤਪਦੇ ਨੇ, ਵਿਲਕਦੇ ਨੇ। ਉਹਨਾਂ ਨੂੰ ਮਨ ਕਰਕੇ ਸ਼ਾਂਤੀ ਕੋਈ ਨਹੀਂ ਮਿਲਦੀ। ਦੋਇਐ ਭਾਏ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਆਸਰੇ ਨੂੰ ਤੱਕਣ ਵਾਲਾ ਮਨੁੱਖ ਦਵੈਤ ਭਾਵ ਦੇ ਵਿੱਚ ਲੱਗ ਕੇ ਹਮੇਸ਼ਾ ਖੁਆਰ ਹੀ ਹੁੰਦਾ ਹੈ, ਅਤੇ ਅੰਤਲੇ ਸਮੇਂ ਉਹਨਾਂ ਨੂੰ ਜਮਾਂ ਦੀ ਫਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਇੱਕ ਦੇ ਨਾਲ ਪ੍ਰੀਤ ਪਾਉਂਦੇ ਨੇ, ਸਾਹਿਬ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਜਿਹੜੇ ਇੱਕ ਨੂੰ ਭੁੱਲ ਜਾਂਦੇ ਨੇ, ਸਾਹਿਬ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਜੇਹਾ ਬੀਜੈ ਸੋ ਲਾਉਣਾ, ਮੱਥੈ ਜੋ ਲਿਖਿਆਸ। ਜਿਹੋ ਜਿਹਾ ਮਨੁੱਖ ਇਸ ਸੰਸਾਰ ਰੂਪੀ ਖੇਤ ਦੇ ਵਿੱਚ ਬੀਜਦਾ ਏ, ਉਹੋ ਜਿਹਾ ਉਹਨੂੰ ਵੱਢਣਾ ਪੈਂਦਾ ਏ। ਜਿਹੜੇ ਲੇਖ ਇਹਦੇ ਮੱਥੇ 'ਤੇ ਲਿਖੇ ਹੋਏ ਨੇ, ਉਹੋ ਹੀ ਇਹਨੂੰ ਮਿਲਦੇ ਨੇ, ਉਹੋ ਹੀ ਭੁਗਣੇ ਪੈਂਦੇ ਨੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸਾਧ ਸੰਗਤ ਮਨੁੱਖ ਆਪਣੀਆਂ ਚਤੁਰਾਈਆਂ ਕਰਕੇ ਯਤਨ ਕਰਦਾ ਏ ਕਿ ਹਰ ਇੱਕ ਪਦਾਰਥ ਮੇਰੀ ਝੋਲੀ ਦੇ ਵਿੱਚ ਪੈ ਜਾਵੇ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਜੋ ਕੁਝ ਤੇਰੇ ਕਰਮਾਂ ਭਾਗਾਂ ਦੇ ਵਿੱਚ ਲਿਖਿਆ ਏ, ਉਸ ਤੋਂ ਵੱਧ ਘੱਟ ਤੈਨੂੰ ਮਿਲਣਾ ਕੋਈ। ਜਿਹੋ ਜਿਹਾ ਕਰਮ ਕਰੇਗਾ, ਉਹੋ ਜਿਹਾ ਫਲ ਤੈਨੂੰ ਭੋਗਣਾ ਹੀ ਪੈਣਾ ਹੈ। ਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਸਾਹਿਬ ਕਹਿੰਦੇ ਜਿਹੜਾ ਮਨਮੁਖ ਮਨੁੱਖ ਹੈ, ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਆਪਣੀ ਜੀਵਨ ਰੂਪੀ ਰਾਤ ਨੂੰ ਖਰਾਬ ਕਰ ਦਿੰਦਾ ਏ, ਬਤੀਤ ਕਰ ਦਿੰਦਾ ਏ। ਫਿਰ ਅੰਤਲਾ ਸਮਾਂ ਆਉਂਦਾ ਏ ਅਤੇ ਫਿਰ ਉਹ ਪਛਤਾਉਂਦਾ ਏ। ਜਿਨ ਕਾ ਸਾਧੂ ਭੇਤੀ ਹੈ, ਸੋ ਦਰਗਹਿ ਹੋਏ ਖਲਾਸ। ਪਰ ਜਿਹੜਾ ਰੱਬ ਦਾ ਪਿਆਰਾ ਏ, ਉਹ ਰੱਬ ਦੇ ਗੁਣਾਂ ਦੇ ਵਿੱਚ ਅਭੇਦ ਹੋਣ ਦੇ ਲਈ ਜਦੋਂ ਸੰਗਤ ਕਰਦਾ ਏ, ਸੰਗਤ ਦੇ ਵਿੱਚ ਜੁੜ ਕੇ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਏ, ਦਰਗਹਿ ਹੋਏ ਖਲਾਸ, ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਰੇਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸਭ ਦੇਉ ਵਾਲੀ ਅਵਸਥਾ ਉਹਨੂੰ ਪ੍ਰਾਪਤ ਹੁੰਦੀ ਹੈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਬੇਨਤੀ ਕਰੀਏ ਕਿ ਸਤਿਗੁਰੂ ਸਾਡੇ ਕਲਯੁਗੀ ਜੀਵਾਂ ਦੇ ਉੱਪਰ ਵੀ ਕਿਰਪਾ ਕਰ, ਤੇਰੇ ਦਰਸ਼ਨਾਂ ਦੀ ਪਿਆਸ ਹਮੇਸ਼ਾ ਮੇਰੇ ਮਨ ਨੂੰ ਲੱਗੀ ਰਵੇ। ਮੇਰਾ ਮਨ ਇੱਕ ਪੁਕਾਰੇ ਕਿ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਰਦਾਸ ਕਰਿਆ ਕਰਕੇ ਮਾਲਕਾ, ਕਿਸੇ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ। ਦਾਤਾ ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਆਸਰਾ ਨਹੀਂ, ਤੇਰੇ ਚਰਨਾਂ ਦੇ ਵਿੱਚ ਹੀ ਮੇਰੀ ਅਰਦਾਸ ਹੈ।
ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਅਖੀਰਲੀ ਪੰਕਤੀ ਦੇ ਵਿੱਚ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਕਿ ਹਾੜ ਦਾ ਮਹੀਨਾ ਉਹਨਾਂ ਵਾਸਤੇ ਸੋਭਨੀਕ ਹੈ, ਸੁਹੰਦਾ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਸਾਧ ਸੰਗਤ, ਦੋ ਕਨਸੈਪਟ ਨੇ। ਪਹਿਲਾ ਕਨਸੈਪਟ ਹੈ, ਜਿਸ ਮਨੁੱਖ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ, ਉਹ ਵਿਸ਼ਿਆਂ ਵਿਕਾਰਾਂ ਦੇ ਨਾਲ ਕਲਪਦਾ ਏ, ਤੜਫਦਾ ਏ, ਮਨ ਕਰਕੇ ਸ਼ਾਂਤੀ ਨਹੀਂ। ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੈ, ਬਰਕਤ ਹੈ, ਟਿਕਿਆ ਹੋਇਆ ਏ। ਸੱਚ ਇਹ ਵੀ ਆ, ਉਹ ਹਾੜ ਦੇ ਮਹੀਨੇ ਦੇ ਵਿੱਚ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸ਼ਾਂਤ, ਸਹਿਜ ਤੇ ਅਡੋਲ ਰਹਿ ਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਏ। ਸਤਿਗੁਰੂ ਰਹਿਮਤ ਕਰਨ, ਇਹ ਮੁਬਾਰਕ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ। ਅਸੀਂ ਵੀ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਸ ਸਿਧਾਂਤ ਨੂੰ ਅਪਣਾ ਕਰਕੇ ਰਾਤ ਦਿਨ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰੀਏ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ ਵਾਲੀ ਦਾਤ ਦੇ ਪਾਤਰ ਬਣ ਜਾਈਏ। ਇੰਨੀਆਂ ਕੁ ਬੇਨਤੀਆਂ ਆਪ ਸਮੁੱਚੀ ਸਿੱਖ ਸੰਗਤ ਨੇ ਪ੍ਰਵਾਨ ਕਰਨੀਆਂ। ਅਖੀਰ ਦੇ ਵਿੱਚ ਆਪ ਸਮੁੱਚੀ ਸਿੱਖ ਸੰਗਤ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਵਿਚਾਰਾਂ ਕਰਦੇ ਆ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਭੁੱਲਾਂ ਚੁੱਕਾ ਮੇਰੀ ਝੋਲੀ ਦੇ ਵਿੱਚ ਪਾ ਦਿਓ। ਸਿਧਾਂਤ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸਮਝ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾਉਣ ਦਾ ਯਤਨ ਕਰਿਓ। ਧੰਨਵਾਦ ਆਪ ਸੰਗਤ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਅਸੀਸ ਦਿੰਦੇ ਹੋਏ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਪਾਸ